ਅੱਜ ਪਰਮੇਸ਼ਰ ਨੇ ਸਾਨੂੰ ਪਿੰਤੇਕੋਸਤ ਦੇ ਦਿਨ ਦਾ ਪਵਿੱਤਰ ਅਤੇ ਆਸ਼ੀਸ਼ਿਤ ਪਰਬ ਪ੍ਰਦਾਨ ਕੀਤਾ ਹੈ। ਮੈਨੂੰ ਆਸ ਹੈ ਕਿ ਪਿੰਤੇਕੋਸਤ ਦੇ ਦਿਨ ਦੇ ਦੁਆਰਾ ਦੁਨੀਆ ਭਰ ਦੇ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਪਰਮੇਸ਼ਰ ਤੋਂ ਪਵਿੱਤਰ ਆਤਮਾ ਦੀ ਕਾਫੀ ਆਸ਼ੀਸ਼ ਪ੍ਰਾਪਤ ਹੋਵੇ। 2000 ਸਾਲ ਪਹਿਲਾਂ ਯੀਸ਼ੂ ਮਰਿਆ ਹੋਇਆਂ ਵਿੱਚੋਂ ਜੀ ਉੱਠੇ ਅਤੇ ਆਪਣੇ ਜੀ ਉੱਠਣ ਦੇ 40 ਦਿਨਾਂ ਬਾਅਦ ਸਵਰਗ ਚਲੇ ਗਏ। ਯੀਸ਼ੂ ਉੱਤੇ ਵਿਸ਼ਵਾਸ ਕਰਨ ਵਾਲੇ ਪਹਿਲੇ ਚਰਚ ਦੇ ਸੰਤ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਇਕੱਠੇ ਹੋਏ ਅਤੇ 10 ਦਿਨਾਂ ਤੱਕ ਇਮਾਨਦਾਰੀ ਨਾਲ ਪ੍ਰਾਰਥਨਾ ਕੀਤੀ। ਫਿਰ ਪਿੰਤੇਕੋਸਤ ਦੇ ਦਿਨ ਦੀ ਸਵੇਰ ਆਈ। ਪਿੰਤੇਕੋਸਤ ਦੇ ਦਿਨ ਵਿੱਚ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਆਇਆ ਸੀ ਅਤੇ ਇਸ ਨੇ ਉਸ ਦਿਨ ਤੋਂ ਖੁਸ਼ਖਬਰੀ ਨੂੰ ਵਿਸਫੋਟਕ ਰੂਪ ਤੋਂ ਵਧਣ ਦੇ ਲਈ ਚੰਗਿਆੜੀ ਲਗਾ ਦਿੱਤੀ। ਇਸ ਕਾਰਨ ਤੋਂ ਅਸੀਂ ਸਵਰਗ ਜਾਣ ਦੇ ਦਿਨ ਤੋਂ ਲੈ ਕੇ ਪਿੰਤੇਕੋਸਤ ਦੇ ਦਿਨ ਤੱਕ 10 ਦਿਨਾਂ ਲਈ ਤੜਕੇ, ਸਵੇਰੇ ਅਤੇ ਸ਼ਾਮ ਨੂੰ ਪ੍ਰਾਰਥਨਾ ਕੀਤੀ। ਉਸ ਸਮੇਂ ਪਹਿਲੇ ਚਰਚ ਕਈ ਲੋਕਾਂ ਨੂੰ ਇਸ ਦੀ ਗਵਾਹੀ ਦੇਣ ਵਿੱਚ ਸਫਲ ਨਹੀਂ ਸੀ ਕਿ ਯੀਸ਼ੂ ਮਸੀਹ ਸਰੀਰ ਵਿੱਚ ਧਰਤੀ ਉੱਤੇ ਆਏ ਮੁਕਤੀਦਾਤਾ ਹਨ। ਪਰ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਸੰਤਾਂ ਨੇ ਘੋਸ਼ਣਾ ਕੀਤੀ, ਯੀਸ਼ੂ ਹੀ ਮਸੀਹ ਹੈ ਅਤੇ ਸਾਡੇ ਮੁਕਤੀਦਾਤਾ ਹਨ। ਯਹੂਦਾ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਹੱਦ ਤੱਕ ਪ੍ਰਚਾਰ ਕਰਨ ਦੇ ਲਈ ਪਿੰਤੇਕੋਸਤ ਦੇ ਦਿਨ ਇੱਕ ਮਹਾਨ ਉਤਪ੍ਰੇਰਕ ਬਣ ਗਿਆ। ਜਿਸ ਤਰ੍ਹਾਂ ਪਹਿਲੇ ਚਰਚ ਨੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ ਸੀ, ਉਸ ਤਰ੍ਹਾਂ ਅਸੀਂ ਜੋ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਪਾਇਆ ਹੋਇਆ ਹੈ, ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਆਤਮਾ ਅਤੇ ਲਾੜੀ ਦੀ ਮਹਿਮਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਜੋ ਪਵਿੱਤਰ ਆਤਮਾ ਦੇ ਯੁੱਗ ਦੇ ਮੁਕਤੀਦਾਤਾ ਹਨ। ਮੇਰਾ ਮੰਨਣਾ ਹੈ ਕਿ ਇਹ ਪਿੰਤੇਕੋਸਤ ਦਾ ਮਿਸ਼ਨ ਹੈ ਜੋ ਸਾਨੂੰ ਇਸ ਯੁੱਗ ਵਿੱਚ ਸੌਂਪਿਆ ਗਿਆ ਹੈ। ਪਿੰਤੇਕੋਸਤ ਦੇ ਦਿਨ ਤੋਂ ਖੁਸ਼ਖਬਰੀ ਦਾ ਸ਼ਾਨਦਾਰ ਕੰਮ ਹੋਣ ਲੱਗਿਆ। ਕੁਝ ਲੋਕਾਂ ਦੇ ਲਈ ਪਰਮੇਸ਼ਰ ਨੇ ਭਾਸ਼ਾਵਾਂ ਦਾ ਵਰਦਾਨ ਦਿੱਤਾ, ਦੂਸਰਿਆਂ ਨੂੰ ਵਿਸ਼ਵਾਸ ਦਾ ਵਰਦਾਨ ਅਤੇ ਕੁਝ ਨੂੰ ਗਿਆਨ ਦਾ ਵਰਦਾਨ ਅਤੇ ਕਈਆਂ ਨੂੰ ਬੁੱਧੀ ਦਾ ਵਰਦਾਨ ਦਿੱਤਾ ਗਿਆ। ਸਾਰਿਆਂ ਨੂੰ ਪਵਿੱਤਰ ਆਤਮਾ ਦੇ ਕਈ ਵਰਦਾਨ ਮਿਲ ਗਏ। ਉਹਨਾਂ ਨੇ ਪ੍ਰਾਪਤ ਕੀਤੇ ਹੋਏ ਇਹਨਾਂ ਵਰਦਾਨਾਂ ਦੀ ਵਰਤੋਂ ਆਪਣੀ ਨਿੱਜੀ ਜ਼ਿੰਦਗੀ ਦੇ ਮਾਮਲਿਆਂ ਲਈ ਨਹੀਂ ਕੀਤੀ। ਉਹਨਾਂ ਨੇ ਪਰਮੇਸ਼ਰ ਤੋਂ ਪ੍ਰਾਪਤ ਵਰਦਾਨਾਂ ਦੀ ਵਰਤੋਂ ਇਹ ਘੋਸ਼ਣਾ ਕਰਨ ਦੇ ਲਈ ਕੀਤੀ, ਯੀਸ਼ੂ ਧਰਤੀ ਉੱਤੇ ਆਏ ਮਸੀਹ ਹਨ, ਉਹ ਸਾਡੇ ਮੁਕਤੀਦਾਤਾ ਹਨ। ਜਦ ਅਸੀਂ ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਪ੍ਰਾਪਤ ਕਰਦੇ ਹਾਂ ਜੋ ਪਰਮੇਸ਼ਰ ਨੇ ਸਾਨੂੰ ਪਿੰਤੇਕੋਸਤ ਦੇ ਦੁਆਰਾ ਦੇਣ ਦਾ ਵਾਅਦਾ ਕੀਤਾ ਹੈ, ਤਾਂ ਸਾਨੂੰ ਆਪਣਾ ਦਿਲ, ਮਨ ਅਤੇ ਆਤਮਾ ਨੂੰ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਆਤਮਾ ਤੇ ਲਾੜੀ ਦੀ ਮਹਿਮਾ ਦੀ ਗਵਾਹੀ ਦੇਣ ਦੇ ਲਈ ਸਮਰਪਿਤ ਕਰਨਾ ਚਾਹੀਦਾ ਹੈ, ਜੋ ਇਸ ਯੁੱਗ ਵਿੱਚ ਮੁਕਤੀਦਾਤਾ ਦੇ ਰੂਪ ਵਿੱਚ ਆਏ ਹਨ। ਆਓ ਅਸੀਂ 2000 ਸਾਲ ਪਹਿਲਾਂ ਪਿੰਤੇਕੋਸਤ ਦੇ ਦਿਨ ਵਿੱਚ ਹੋਈਆਂ ਘਟਨਾਵਾਂ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਵਚਨ 1 ਦੇਖੀਏ। ਜਦ ਪਿੰਤੇਕੋਸਤ ਦਾ ਦਿਨ ਆਇਆ, ਉਹ ਸਭ ਇੱਕ ਥਾਂ ਤੇ ਇਕੱਠੇ ਸਨ। ਅਧਿਆਇ 1 ਨੂੰ ਦੇਖਦੇ ਹੋਏ ਕਿ ਅਸੀਂ ਉਸ ਦ੍ਰਿਸ਼ ਨੂੰ ਦੇਖਣ ਵਿੱਚ ਸਫਲ ਨਹੀਂ ਹਾਂ ਜਿੱਥੇ ਵਿਸ਼ਵਾਸੀਆਂ ਨੇ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ ਸੀ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 15 ਦੇਖੀਏ। ਉਹਨਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿੱਚੋਂ ਜੋ ਕਿੰਨੇ ਵਿਅਕਤੀ ਸਨ, 120 ਵਿਅਕਤੀ ਦੇ ਲਗਭਗ ਸਨ, ਖੜਾ ਹੋ ਕੇ ਕਹਿਣ ਲੱਗਾ, ਜੈਤੂਨ ਪਹਾੜ ਉੱਤੇ ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ ਪਿੰਤੇਕੋਸਤ ਤੱਕ 10 ਦਿਨਾਂ ਲਈ 120 ਵਿਸ਼ਵਾਸੀਆਂ ਨੇ ਕੀ ਕੀਤਾ। ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 12, ਤਦ ਉਹ ਉਸ ਪਹਾੜ ਤੋਂ ਜਿਹੜਾ ਜੈਤੂਨ ਦਾ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ, ਯਰੂਸ਼ਲਮ ਨੂੰ ਮੁੜੇ। ਅਰ ਜਦ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਟਿਕਦੇ ਸਨ, ਅਰਥਾਤ ਪਤਰਸ ਅਰ ਯਹੂਨਾ ਅਰ ਯਾਕੂਬ ਅਰ ਇੰਦਰਿਆਸ ਅਰ ਫਿਲਿਪੁਸ ਅਰ ਥੋਮਾ ਅਰ ਬਲਥੁਰਮਈ ਅਰ ਮਤੀ ਅਰ ਹਲਫਾ ਦਾ ਪੁੱਤਰ ਯਾਕੂਬ ਅਰ ਸ਼ਮੌਨ ਜ਼ੇਲੋਤੇਸ ਅਰ ਯਾਕੂਬ ਦਾ ਪੁੱਤਰ ਯਹੂਦਾ। ਇਹ ਸਭ ਇੱਕ ਮਨ ਹੋ ਕੇ ਇਸਤਰੀਆਂ ਤੇ ਯੀਸ਼ੂ ਦੀ ਮਾਤਾ ਮਰੀਅਮ ਅਤੇ ਉਹਦੇ ਭਰਾਵਾਂ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਵਚਨ 1 ਵਿੱਚ ਦੇਖ ਸਕਦੇ ਹਾਂ ਕਿ ਯੀਸ਼ੂ ਦੇ ਸਵਰਗ ਜਾਣ ਤੋਂ ਬਾਅਦ ਉਹਨਾਂ ਨੇ 10 ਦਿਨ ਤੱਕ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ ਅਤੇ ਆਖਿਰਕਾਰ ਪਿੰਤੇਕੋਸਤ ਦਾ ਦਿਨ ਆਇਆ। ਜਦ ਪਿੰਤੇਕੋਸਤ ਦਾ ਦਿਨ ਆਇਆ, ਉਹ ਸਭ ਇੱਕ ਥਾਂ ਇਕੱਠੇ ਸਨ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਜਿਹੀਆਂ ਜੀਬਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਔਰ ਉਹ ਉਹਨਾਂ ਵਿੱਚੋਂ ਹਰ ਇੱਕ ਉੱਤੇ ਠਹਿਰੀਆਂ।
ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਜਦ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਦੇਖਦੇ ਹਾਂ, ਪਿੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦੇ ਵਰਦਾਨ ਪ੍ਰਦਾਨ ਕੀਤੇ ਗਏ ਸਨ। ਪਵਿੱਤਰ ਆਤਮਾ ਉਹਨਾਂ ਵਿੱਚੋਂ ਹਰ ਇੱਕ ਉੱਤੇ ਆ ਠਹਿਰੀ ਅਤੇ ਉਸ ਦਿਨ ਤੋਂ ਉਹਨਾਂ ਨੇ ਪਰਮੇਸ਼ਰ ਦੀ ਖੁਸ਼ਖਬਰੀ ਦੇ ਵਚਨ ਦਾ ਪ੍ਰਚਾਰ ਕਰਦੇ ਹੋਏ ਕਿਹਾ, ਯੀਸ਼ੂ ਮਸੀਹ ਹੈ, ਯੀਸ਼ੂ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਜੋ ਸਵਰਗ ਤੋਂ ਆਏ ਹਨ। ਯੀਸ਼ੂ ਉੱਤੇ ਵਿਸ਼ਵਾਸ ਕਰਕੇ ਮੁਕਤੀ ਅਤੇ ਪਾਪਾਂ ਦੀ ਮਾਫੀ ਪ੍ਰਾਪਤ ਕਰੋ। ਪਿੰਤੇਕੁਸਤ ਦੇ ਦਿਨ ਦੀ ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਨਤੀਜੇ ਵਜੋਂ ਇਸ ਤਰ੍ਹਾਂ ਦਾ ਪ੍ਰਚਾਰ ਸ਼ੁਰੂ ਹੋਇਆ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2 ਵਚਨ 37 ਉੱਤੇ ਜਾ ਕੇ ਖੁਸ਼ਖਬਰੀ ਦੇ ਕੰਮ ਨੂੰ ਦੇਖੀਏ। ਵਚਨ 37, ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਜ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ, ਹੇ ਭਾਈਓ, ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯੀਸ਼ੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਆਓ ਅਸੀਂ ਵਚਨ 40 ਦੇਖੀਏ। ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨਾਂ ਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ, ਭਾਈ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਕੋਲੋਂ ਬਚਾਓ। ਇਸ ਲਈ ਜਿਨ੍ਹਾਂ ਨੇ ਉਸ ਦਾ ਵਚਨ ਸਵੀਕਾਰ ਕੀਤਾ ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸ ਦਿਨ ਕਿੰਨੇ ਮਿਲ ਗਏ? 3000 ਮਨੁੱਖਾਂ ਤੋਂ ਲਗਭਗ ਉਹਨਾਂ ਵਿੱਚ ਮਿਲ ਗਏ। ਪਿੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਤੋਂ ਬਾਅਦ ਰਸੂਲਾਂ ਦੇ ਸਾਰੇ ਮਹਾਨ ਕੰਮ ਹੋਣ ਲੱਗੇ। ਆਓ ਅਸੀਂ ਵਚਨ 43 ਦੇ ਨਾਲ ਜਾਰੀ ਰੱਖੀਏ। ਹਰ ਇੱਕ ਜਾਨ ਨੂੰ ਡਰ ਲੱਗਾ ਔਰ ਬਹੁਤ ਸਾਰੇ ਅਚੰਭੇ ਦੇ ਨਿਸ਼ਾਨ ਰਸੂਲਾਂ ਦੇ ਰਾਹੀਂ ਪ੍ਰਗਟ ਹੋਏ। ਔਰ ਜਿਨ੍ਹਾਂ ਨੇ ਨੇਚਾ ਕੀਤੀ ਸੀ ਉਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ ਅਤੇ ਆਪਣੀ ਮਿਲਖਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ। ਔਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਔਰ ਘਰੀ ਰੋਟੀ ਤੋੜਦੇ ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਸਨ ਔਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ। ਅਤੇ ਕੀ ਹੁੰਦਾ ਸੀ? ਜੋ ਮੁਕਤੀ ਪਾਉਂਦੇ ਸਨ ਉਹਨਾਂ ਨੂੰ ਪ੍ਰਭੂ ਹਰ ਦਿਨ ਉਹਨਾਂ ਵਿੱਚ ਰਲਾਉਂਦਾ ਸੀ। ਪਿੰਤੇਕੁਸਤ ਉੱਤੇ 120 ਵਿਸ਼ਵਾਸੀਆਂ ਦੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪਾਉਣ ਤੋਂ ਬਾਅਦ ਉਸੇ ਦਿਨ 3000 ਲੋਕਾਂ ਨੇ ਤੋਬਾ ਕੀਤੀ ਅਤੇ ਮੁਕਤੀ ਪ੍ਰਾਪਤ ਕੀਤੀ। ਠੀਕ ਉਸ ਤੋਂ ਬਾਅਦ ਕਈ ਲੋਕਾਂ ਨੂੰ ਬਪਤਿਸਮਾ ਦਿੱਤੇ ਜਾਣ ਅਤੇ ਤੋਬਾ ਕਰਨ ਵਿੱਚ ਉਹਨਾਂ ਦੀ ਅਗਵਾਈ ਹੋਣ ਦਾ ਸ਼ਾਨਦਾਰ ਕੰਮ ਪਰਮੇਸ਼ਰ ਦੀ ਕਿਰਪਾ ਤੋਂ ਹਰ ਦਿਨ ਹੁੰਦਾ ਰਿਹਾ। ਕਿਉਂਕਿ ਖੁਸ਼ਖਬਰੀ ਇੰਨੇ ਘੱਟ ਸਮੇਂ ਵਿੱਚ ਇੰਨੀ ਵਿਸਫੋਟਕ ਰੂਪ ਨਾਲ ਫੈਲ ਗਈ ਤਾਂ ਯਹੂਦੀ ਧਰਮ ਦੇ ਲੋਕ ਜੋ ਮੁੱਖ ਧਰਮ ਸੀ ਤਣਾਅਪੂਰਵਕ ਮਹਿਸੂਸ ਕਰਨ ਲੱਗਾ। ਜੇਕਰ ਇਹ ਜਾਰੀ ਰਹਿੰਦਾ ਹੈ ਤਾਂ ਹਰ ਕੋਈ ਉਹਨਾਂ ਨਾਲ ਸ਼ਾਮਿਲ ਹੋ ਜਾਵੇਗਾ ਅਤੇ ਯੀਸ਼ੂ ਉੱਤੇ ਵਿਸ਼ਵਾਸ ਕਰੇਗਾ। ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ, ਇਸ ਲਈ ਉਹਨਾਂ ਨੇ ਰਸੂਲਾਂ ਨੂੰ ਪ੍ਰਚਾਰ ਕਰਨ ਵਿੱਚ ਰੋਕਣਾ ਸ਼ੁਰੂ ਕਰ ਦਿੱਤਾ। ਆਓ ਅਸੀਂ ਰਸੂਲਾਂ ਅਧਿਆਇ 4 ਵਚਨ 17 ਦੇਖੀਏ। ਪਰ ਇਸ ਲਈ ਜੋ ਲੋਕਾਂ ਵਿੱਚ ਹੋਰ ਨਾ ਖਿੰਡ ਜਾਵੇ, ਆਓ ਅਸੀਂ ਉਹਨਾਂ ਨੂੰ ਦਬਕਾਈਏ ਜੋ ਉਹ ਇਸ ਨਾਮ ਦਾ ਫਿਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ। ਜਦ ਰਸੂਲਾਂ ਨੇ ਆਲੇ ਦੁਆਲੇ ਰੋਲਾ ਪਾਉਂਦੇ ਹੋਏ ਕਿਹਾ, ਤੋਬਾ ਕਰੋ, ਬਪਤਿਸਮਾ ਲਓ ਅਤੇ ਯੀਸ਼ੂ ਮਸੀਹ ਦੇ ਨਾਮ ਤੋਂ ਪਾਪਾਂ ਦੀ ਮਾਫੀ ਪ੍ਰਾਪਤ ਕਰੋ, ਤਾਂ ਬਹੁਤ ਸਾਰੇ ਲੋਕ ਬਚਾਏ ਗਏ। ਇਸ ਉੱਤੇ ਯਹੂਦੀ ਧਰਮ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਬਹੁਤ ਖਤਰਾ ਮਹਿਸੂਸ ਹੋਇਆ। ਇਸ ਲਈ ਉਹਨਾਂ ਨੇ ਚੇਲਿਆਂ ਨੂੰ ਧਮਕੀ ਦੇ ਕੇ ਲੋਕਾਂ ਵਿਚਕਾਰ ਖੁਸ਼ਖਬਰੀ ਨੂੰ ਫੈਲਾਉਣ ਤੋਂ ਰੋਕਣ ਅਤੇ ਰੁਕਾਵਟ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਹਨਾਂ ਨੂੰ ਦਬਕਾਈਏ ਜੋ ਉਹ ਇਸ ਨਾਮ ਦਾ ਫਿਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ। ਤਦ ਉਹਨਾਂ ਨੂੰ ਸੱਦ ਕੇ ਤਾਕੀਦ ਕੀਤੀ, ਭਾਈ ਕਦੇ ਯੀਸ਼ੂ ਦੇ ਨਾਮ ਉੱਤੇ ਨਾ ਕੁੰਨਾ ਨਾ ਸਿੱਖਿਆ ਦੇਣੀ। ਪਰ ਪਤਰਸ ਅਤੇ ਯਹੂਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਰ ਅੱਗੇ ਇਹ ਯੋਗ ਹੈ ਕਿ ਅਸੀਂ ਪਰਮੇਸ਼ਰ ਨਾਲੋਂ ਤੁਹਾਡੀ ਬਹੁਤੀ ਸੁਣੀਏ। ਤੁਸੀਂ ਆਪੇ ਫੈਸਲਾ ਕਰੋ, ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਦੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ। ਪਹਿਲਾਂ ਜਦ ਚੇਲਿਆਂ ਨੇ ਯੀਸ਼ੂ ਨੂੰ ਫੜਦੇ ਦੇਖਿਆ ਤਾਂ ਉਹਨਾਂ ਨੇ ਉਸ ਨੂੰ ਇਹ ਕਹਿੰਦੇ ਹੋਏ ਨਕਾਰ ਦਿੱਤਾ ਕਿ ਮੈਂ ਯੀਸ਼ੂ ਨੂੰ ਨਹੀਂ ਜਾਣਦਾ। ਪਰ ਉਹੀ ਚੇਲੇ ਹੁਣ ਯੀਸ਼ੂ ਦੇ ਬਾਰੇ ਵਿੱਚ ਦਲੇਰੀ ਨਾਲ ਗਵਾਹੀ ਦੇ ਰਹੇ ਹਨ। ਉਹਨਾਂ ਦੀ ਹਿੰਮਤ ਦੇ ਕਾਰਨ ਪਰਮੇਸ਼ਰ ਨੇ ਵਾਰ-ਵਾਰ ਖੁਸ਼ਖਬਰੀ ਲਈ ਦਰਵਾਜ਼ਾ ਖੋਲ੍ਹਿਆ। ਜਿੱਥੇ ਵੀ ਉਹਨਾਂ ਨੇ ਯੀਸ਼ੂ ਮਸੀਹ ਦੇ ਨਾਮ ਦੀ ਘੋਸ਼ਣਾ ਕੀਤੀ, ਉੱਥੇ ਪਵਿੱਤਰ ਆਤਮਾ ਦੇ ਸ਼ਾਨਦਾਰ ਕੰਮ ਦੇ ਦੁਆਰਾ 3000 ਅਤੇ ਇੱਥੋਂ ਤੱਕ ਕਿ 5000 ਲੋਕਾਂ ਨੂੰ ਹਰ ਦਿਨ ਬਚਾਇਆ ਗਿਆ। ਆਓ ਅਸੀਂ ਵਚਨ 20 ਦੇ ਨਾਲ ਜਾਰੀ ਰਹੀਏ।
ਕਿਉਂਕਿ ਇਹ ਸਾਥੋਂ ਹੋ ਨਹੀਂ ਸਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ। ਤਦ ਉਹਨਾਂ ਨੇ ਉਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਡੰਡ ਲਾਉਣ ਦਾ ਕੋਈ ਹੋਰ ਰਾਹ ਨਾ ਵੇਖਿਆ। ਇਸ ਲਈ ਕਿ ਜੋ ਹੋਇਆ ਸੀ ਉਹਦੇ ਕਾਰਨ ਸਭ ਲੋਕ ਪਰਮੇਸ਼ਰ ਦੀ ਵਡਿਆਈ ਕਰਦੇ ਸਨ। ਪਵਿੱਤਰ ਆਤਮਾ ਦੁਆਰਾ ਕੀਤੇ ਹੋਏ ਇਸ ਤਰ੍ਹਾਂ ਦੇ ਸ਼ਾਨਦਾਰ ਕੰਮ ਉੱਥੇ ਨਹੀਂ ਰੁਕੇ। ਪਿੰਤੇਕੋਸਤ ਦੀ ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਨੇ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਫੈਲਾਉਣਾ ਜਾਰੀ ਰੱਖਿਆ, ਜਿਵੇਂ ਕਿ ਰਸੂਲਾਂ ਦੀ ਪੁਸਤਕ ਵਿੱਚ ਦਿਖਾਇਆ ਗਿਆ ਹੈ। ਆਓ ਅਸੀਂ ਅਧਿਆਇ 5 ਉੱਤੇ ਜਾਈਏ। ਆਓ ਅਸੀਂ ਵਚਨ 12 ਦੇਖੀਏ ਅਤੇ ਫਿਰ ਸਿੱਧੇ ਵਚਨ 17 ਉੱਤੇ ਜਾਈਏ। ਰਸੂਲਾਂ ਦੇ ਹੱਥੋਂ ਬਹੁਤ ਸਾਰੀਆਂ ਨਿਸ਼ਾਨ ਅਰ ਅਚੰਭੇ ਲੋਕਾਂ ਵਿੱਚ ਪ੍ਰਗਟ ਹੋਏ ਅਤੇ ਉਹ ਸਭੋ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਸਨ। ਹੋਰਨਾਂ ਵਿੱਚੋਂ ਕਿਸੇ ਦਾ ਹਿਆਓ ਨਾ ਪਿਆ ਜੋ ਉਹਨਾਂ ਦੀ ਸੰਗਤ ਕਰੇ, ਪਰ ਲੋਕ ਉਹਨਾਂ ਦੀ ਵਡਿਆਈ ਕਰਦੇ ਸਨ। ਅਤੇ ਹੋਰ ਨੇਚਾਵਾਨ ਵੀ, ਨਾਲੇ ਮਨੁੱਖ ਅਤੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੂ ਨਾਲ ਮਿਲਦੀਆਂ ਜਾਂਦੀਆਂ ਸਨ। ਇੱਥੋਂ ਤੋੜੀ ਜੋ ਲੋਕਾਂ ਨੇ ਰੋਗੀਆਂ ਨੂੰ ਵੀ ਬਾਹਰ ਚੌਂਕਾਂ ਵਿੱਚ ਲਿਆਂਦਾ ਅਤੇ ਉਹਨਾਂ ਨੂੰ ਖਟੋਲਿਆ ਅਤੇ ਮੰਜੀਆਂ ਉੱਤੇ ਪਾਇਆ, ਇਸ ਲਈ ਕਿ ਜਦ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। ਅਤੇ ਯਰੂਸ਼ਲਮ ਦੇ ਆਲੇ ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਰੋਗੀਆਂ ਨੂੰ ਅਤੇ ਉਹਨਾਂ ਨੂੰ ਜਿਹੜੇ ਭ੍ਰਿਸ਼ਟ ਆਤਮਾਵਾਂ ਦੇ ਦੁਖਾਏ ਹੋਏ ਸਨ ਲਿਆ ਕੇ ਇਕੱਠੇ ਹੋਏ ਅਤੇ ਉਹ ਸਭ ਚੰਗੇ ਕੀਤੇ ਗਏ। ਵਚਨ 17, ਤਦ ਸਰਦਾਰ ਯਾਜਕ ਅਤੇ ਉਸਦੇ ਨਾਲ ਦੇ ਸਾਰੇ ਸਾਥੀ ਜੋ ਸੰਦੂਕੀਆਂ ਦੇ ਪੰਥ ਦੇ ਸਨ ਕਿਸ ਨਾਲ ਭਰ ਗਏ? ਖਾਰ ਨਾਲ ਭਰ ਗਏ। ਕਿਉਂਕਿ ਪਹਿਲੇ ਚਰਚ ਦੀ ਖੁਸ਼ਖਬਰੀ ਇੰਨੀ ਤੇਜ਼ੀ ਨਾਲ ਫੈਲ ਗਈ ਤਾਂ ਉਹਨਾਂ ਨੂੰ ਈਰਖਾ ਹੋਣ ਲੱਗੀ। ਵਚਨ 18, ਅਤੇ ਰਸੂਲਾਂ ਉੱਤੇ ਹੱਥ ਪਾ ਕੇ ਉਹਨਾਂ ਨੂੰ ਆਮ ਹਵਾਲਾਤਾਂ ਵਿੱਚ ਪਾ ਦਿੱਤਾ। ਪਰ ਰਾਤ ਨੂੰ ਪ੍ਰਭੂ ਦੇ ਇੱਕ ਦੂਤ ਨੇ ਉਸ ਬੰਦੀਖਾਨੇ ਦੇ ਬੂਹੇ ਖੋਲੇ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ, ਜਾਓ ਹੈਕਲ ਵਿੱਚ ਖੜੋ ਕੇ ਇਸ ਜਿਉਣ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ। ਸੋ ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਤਾਂ ਸਰਦਾਰ ਯਾਜਕ ਉਹਦੇ ਨਾਲ ਦੇ ਆਏ ਤਾਂ ਮਹਾਸਭਾ ਤਾਂ ਇਜ਼ਰਾਈਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖਾਨੇ ਵਿੱਚ ਕਿਹਾ ਭੇਜਿਆ ਭਾਈ ਉਹਨਾਂ ਨੂੰ ਲੈ ਆਉਣ। ਪਰ ਜਦ ਸਿਪਾਹੀ ਆਏ ਤਾਂ ਇਹ ਉਹਨਾਂ ਨੂੰ ਬੰਦੀਖਾਨੇ ਵਿੱਚ ਨਾ ਡਿੱਠਾ, ਸੋ ਉਹ ਮੁੜ ਆਏ ਅਤੇ ਖਬਰ ਦਿੱਤੀ ਭਾਈ ਅਸਾਂ ਤਾਂ ਕੈਦਖਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ, ਪਰਚਾ ਖੋਲਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ। ਜਾਂ ਹੈਕਲ ਦੇ ਸਰਦਾਰ ਅਤੇ ਪ੍ਰਧਾਨ ਯਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਇਹਨਾਂ ਕਰਕੇ ਦੁਵਿਧਾ ਵਿੱਚ ਪਏ ਕੀ ਜਾਣੀਏ ਇਹ ਗੱਲ ਕਿੱਥੋਂ ਤੋੜੀ ਵਧੇ। ਤਦ ਕਿੰਨੇ ਆਣ ਕੇ ਉਹਨਾਂ ਨੂੰ ਖਬਰ ਦਿੱਤੀ, ਵੇਖੋ ਜਿਨ੍ਹਾਂ ਮਨੁੱਖਾਂ ਨੂੰ ਤੁਸਾਂ ਬੰਦੀਖਾਨੇ ਵਿੱਚ ਪਾਇਆ ਸੀ ਉਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਕਰਦੇ ਸਨ। ਤਦ ਉਹ ਸਰਦਾਰ ਸਿਪਾਹੀਆਂ ਨਾਲ ਛਾ ਕੇ ਉਹਨਾਂ ਨੂੰ ਲਿਆਇਆ, ਪਰ ਧੱਕੇ ਨਾਲ ਨਹੀਂ, ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਭਾਈ ਉਹ ਕਿਤੇ ਸਾਨੂੰ ਪਥਰਾਵ ਨਾ ਕਰਨ। ਅਤੇ ਉਹਨਾਂ ਨੂੰ ਲਿਆ ਕੇ ਮਹਾਸਭਾ ਵਿੱਚ ਖੜੇ ਕੀਤਾ। ਤਦ ਸਰਦਾਰ ਯਾਜਕ ਨੇ ਉਹਨਾਂ ਨੂੰ ਪੁੱਛਿਆ, ਭਾਈ ਅਸੀਂ ਤਾਂ ਤੁਹਾਨੂੰ ਤਕੀਦ ਨਾਲ ਹੁਕਮ ਦਿੱਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਕਰਨਾ, ਅਤੇ ਵੇਖੋ ਤੁਸਾਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਚਾਹੁੰਦੇ ਹੋ ਜੋ ਇਸ ਮਨੁੱਖ ਦਾ ਖੂਨ ਸਾਡੇ ਜੁੰਮੇ ਲਾਓ। ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ। ਸਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਯੀਸ਼ੂ ਨੂੰ ਜਿਵਾਲਿਆ, ਜੇ ਇਹਨੂੰ ਤੁਸਾਂ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ, ਉਸੇ ਨੂੰ ਪਰਮੇਸ਼ਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰਕੇ ਹਾਕਮ ਅਤੇ ਮੁਕਤੀਦਾਤਾ ਠਹਿਰਾਇਆ, ਤਾਂ ਜੋ ਉਹ ਇਜ਼ਰਾਈਲ ਨੂੰ ਤੋਬਾ ਅਤੇ ਪਾਪਾਂ ਦੀ ਮਾਫੀ ਬਖਸ਼ੇ। ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜੋ ਪਰਮੇਸ਼ਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖਸ਼ਿਆ। ਇਹ ਸੁਣ ਕੇ ਉਹ ਜਲ ਗਏ ਅਤੇ ਉਹਨਾਂ ਨੂੰ ਮਾਰ ਸੁੱਟਣ ਦੀ ਦਲੀਲ ਕੀਤੀ। ਰਸੂਲ ਬਹੁਤ ਨਿਡਰ ਅਤੇ ਦਲੇਰ ਬਣ ਗਏ। ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪਾਉਣ ਤੋਂ ਬਾਅਦ ਉਹਨਾਂ ਨੂੰ ਇਸ ਦੁਨੀਆ ਵਿੱਚ ਹੁਣ ਕਿਸੇ ਚੀਜ਼ ਦਾ ਡਰ ਨਹੀਂ ਸੀ। ਜੇਕਰ ਉਹ ਖੁਸ਼ਖਬਰੀ ਪ੍ਰਚਾਰ ਕਰਦੇ ਹੋਏ ਅਤੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਸ਼ਹੀਦ ਹੋ ਗਏ ਤਾਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਨੂੰ ਸਵਰਗ ਵਿੱਚ ਪਰਮੇਸ਼ਰ ਦੀਆਂ ਬਾਹਾਂ ਵਿੱਚ ਲੈ ਜਾਇਆ ਜਾਵੇਗਾ। ਕਿਉਂਕਿ ਰਸੂਲਾਂ ਨੇ ਪੂਰੇ ਮਨ ਨਾਲ ਇਸ ਉੱਤੇ ਵਿਸ਼ਵਾਸ ਕੀਤਾ ਤਾਂ ਦਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੀਤ ਵਿੱਚ ਰਸੂਲ ਸਰਦਾਰ ਯਾਜਕਾਂ ਤੋਂ ਡਰਦੇ ਸਨ ਅਤੇ ਜਦ ਵੀ ਉਹ ਉਹਨਾਂ ਦਾ ਸਾਹਮਣਾ ਕਰਦੇ ਸਨ ਤਾਂ ਘਬਰਾਉਂਦੇ ਸਨ। ਪਰ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਘੋਸ਼ਣਾ ਕੀਤੀ, ਯੀਸ਼ੂ ਪਰਮੇਸ਼ਰ ਹੈ ਅਤੇ ਅਸੀਂ ਸਿਰਫ ਉਸੇ ਚੀਜ਼ ਦਾ ਪਾਲਣ ਕਰ ਰਹੇ ਹਾਂ ਜੋ ਪਰਮੇਸ਼ਰ ਨੇ ਸਾਨੂੰ ਆਗਿਆ ਦਿੱਤੀ ਹੈ। ਤਦ ਕੀ ਸਮੱਸਿਆ ਹੋਵੇਗੀ? ਇਸ ਤਰ੍ਹਾਂ ਉਹਨਾਂ ਨੇ ਦਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਇਸ ਲਈ ਕੁਦਰਤੀ ਰੂਪ ਨਾਲ ਖੁਸ਼ਖਬਰੀ ਦੇ ਵਧੀਆ ਨਤੀਜੇ ਸਾਹਮਣੇ ਆਏ। ਹੁਣ ਇਸ ਯੁੱਗ ਵਿੱਚ ਵੀ ਜਦ ਅਸੀਂ ਦਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਾਂ ਤਾਂ ਪਿੰਤੇਕੋਸਤ ਦੀ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦਾ ਕੰਮ ਨਿਰਧਾਰਿਤ ਰੂਪ ਨਾਲ ਹੋਵੇਗਾ।
ਕਿ ਇੱਕ ਦਿਨ ਵਿੱਚ 3000 ਅਤੇ ਇੱਥੋਂ ਤੱਕ ਕਿ 5000 ਲੋਕਾਂ ਦੀ ਅਗਵਾਈ ਮੁਕਤੀ ਵਿੱਚ ਕਰਨਾ ਸੰਭਵ ਨਹੀਂ ਹੋਵੇਗਾ। ਭਾਵੇਂ ਹੀ ਰਸੂਲਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਅਤੇ ਉਹਨਾਂ ਨੂੰ ਖਤਰਨਾਕ ਸਥਿਤੀਆਂ ਵਿੱਚ ਪਾਇਆ ਗਿਆ ਸੀ, ਪਰ ਗਮਲੀਏਲ ਨਾਮਕ ਇੱਕ ਫਰੀਸੀ ਸੀ ਜੋ ਪ੍ਰਬੰਧਕ ਸੀ ਅਤੇ ਬਹੁਤ ਸਮਝਦਾਰੀ ਵਾਲਾ ਸੀ। ਆਓ ਅਸੀਂ ਵਚਨ 34 ਦੇ ਨਾਲ ਜਾਰੀ ਰਹੀਏ। ਪਰ ਗਮਲੀਏਲ ਨਾਮੇ ਇੱਕ ਫਰੀਸੀ ਨੇ ਜੋ ਸ਼ਰ੍ਹਾ ਦਾ ਪੜਾਉਣ ਵਾਲਾ ਸੀ ਤੇ ਸਭਨਾਂ ਲੋਕਾਂ ਵਿੱਚ ਪਤਵੰਤਾ ਸੀ, ਮਹਾਸਭਾ ਵਿੱਚ ਉੱਠ ਕੇ ਹੁਕਮ ਕੀਤਾ, ਭਾਈ ਇਹਨਾਂ ਮਨੁੱਖਾਂ ਨੂੰ ਰੱਤੀ ਕੋ ਬਾਹਰ ਕਰ ਦਿਓ। ਤਾਂ ਉਸਨੇ ਉਹਨਾਂ ਨੂੰ ਆਖਿਆ, ਹੈ ਇਜ਼ਰਾਈਲੀ ਲੋਕੋ, ਖਬਰਦਾਰ ਰਹੋ ਜੋ ਤੁਸੀਂ ਇਹਨਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ। ਕਿਉਂ ਜੋ ਇਹਨਾਂ ਤੋਂ ਅੱਗੇ ਥਿਉਦਾਸ ਉੱਠਿਆ ਤੇ ਕਹਿਣ ਲੱਗਾ, ਭਾਈ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ 400 ਆਦਮੀ ਉਹਦੇ ਨਾਲ ਰਲ ਗਏ। ਸੋ ਉਹ ਮਾਰਿਆ ਗਿਆ, ਸਭ ਜੋ ਉਹਨੂੰ ਮੰਨਦੇ ਸਨ ਖਿੰਡ ਖਿਡਾ ਗਏ ਅਤੇ ਬੇਠਿਕਾਣੇ ਹੋ ਗਏ। ਉਹਦੇ ਪਿੱਛੋਂ ਮਰਦਮਸ਼ੁਮਾਰੀ ਦੇ ਦਿਨੀ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹਦਾ ਵੀ ਨਾਸ ਹੋਇਆ ਔਰ ਜਿੰਨੇ ਉਹਨੂੰ ਮੰਨਦੇ ਸਨ ਸਭ ਛਿੰਨ ਭਿੰਨ ਹੋ ਗਏ। ਉਸ ਸਮੇਂ ਇੱਕ ਪ੍ਰਧਾਨ ਗਮਲੀਏਲ ਨੇ ਲੋਕਾਂ ਦੀ ਭੀੜ ਤੋਂ ਜੋ ਚੇਲਿਆਂ ਉੱਤੇ ਜ਼ੁਲਮ ਕਰ ਰਹੇ ਸਨ ਕਿਹਾ ਕਿ ਤੁਸੀਂ ਨਹੀਂ ਦੇਖਿਆ ਕਿ ਜਦ ਆਗੂ ਮਾਰਿਆ ਜਾਂਦਾ ਹੈ ਤਾਂ ਸਾਰੇ ਚੇਲੇ ਖਿੰਡ ਜਾਂਦੇ ਹਨ। ਵਚਨ 38 ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ, ਭਾਈ ਇਹਨਾਂ ਮਨੁੱਖਾਂ ਤੋਂ ਲਾਂਭੇ ਹੋਵੋ ਅਤੇ ਇਹਨਾਂ ਨੂੰ ਜਾਣ ਦਿਓ, ਕਿਉਂ ਜੋ ਇਹ ਮਤ ਅਰ ਇਹ ਕੰਮ ਆਦਮੀਆਂ ਦੇ ਵੱਲੋਂ ਹੈ ਤਾਂ ਨਸ਼ਟ ਹੋ ਜਾਓ, ਪਰ ਜੇਕਰ ਪਰਮੇਸ਼ਰ ਦੇ ਵੱਲੋਂ ਹੈ ਤਾਂ ਕੀ ਹੋਵੇਗਾ, ਤੁਸੀਂ ਉਹਨਾਂ ਨੂੰ ਕਦੇ ਮਿਟਾ ਨਾ ਸਕੋਗੇ। ਜੇਕਰ ਇਹ ਸ਼ਕਤੀਸ਼ਾਲੀ ਕੰਮ ਖੁਦ ਪਰਮੇਸ਼ਰ ਦੁਆਰਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਉਹਨਾਂ ਉੱਤੇ ਜ਼ੁਲਮ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਰੋ, ਤੁਸੀਂ ਉਹਨਾਂ ਨੂੰ ਰੋਕ ਨਹੀਂ ਪਾਓਗੇ। ਇਹ ਇਸ ਲਈ ਹੈ ਕਿਉਂਕਿ ਉਹ ਪਰਮੇਸ਼ਰ ਹੀ ਹਨ ਜੋ ਇਸ ਕੰਮ ਨੂੰ ਪੂਰਾ ਕਰ ਰਹੇ ਹਨ। ਇਸ ਦੇ ਉਲਟ ਜੇਕਰ ਇਹ ਪਰਮੇਸ਼ਰ ਦੇ ਵੱਲੋਂ ਨਹੀਂ ਹੈ ਤਾਂ ਬਸ ਉਹਨਾਂ ਨੂੰ ਇਕੱਲੇ ਛੱਡ ਦਿਓ, ਕਿਉਂਕਿ ਉਹ ਕੁਦਰਤੀ ਰੂਪ ਤੋਂ ਅਲੋਪ ਹੋ ਜਾਣਗੇ। ਇਹ ਸਲਾਹ ਸੀ ਜੋ ਗਮਲੀਏਲ ਨੇ ਉਹਨਾਂ ਨੂੰ ਦਿੱਤੀ ਸੀ। ਆਓ ਅਸੀਂ ਫਿਰ ਤੋਂ ਵਚਨ 39 ਦੇਖੀਏ। ਪਰ ਜੇ ਪਰਮੇਸ਼ਰ ਦੀ ਵੱਲੋਂ ਹੈ ਤਾਂ ਤੁਸੀਂ ਉਹਨਾਂ ਨੂੰ ਨਸ਼ਟ ਨਹੀਂ ਕਰ ਸਕੋਗੇ, ਭਾਈ ਕਿਤੇ ਉਹ ਨਾ ਹੋਵੇ ਜੋ ਤੁਸੀਂ ਪਰਮੇਸ਼ਰ ਨਾਲ ਵੀ ਲੜਨ ਵਾਲੇ ਠਹਿਰੋ। ਉਹਨਾਂ ਨੇ ਉਹਦੀ ਮੰਨ ਲਈ ਅਰਜਾ ਰਸੂਲਾਂ ਨੂੰ ਕੋਲ ਸੱਦਿਆ ਤਾਂ ਮਾਰ ਕੁੱਟ ਕੇ ਉਹਨਾਂ ਨੂੰ ਤਕੀਦ ਕੀਤੀ ਜੋ ਯੀਸ਼ੂ ਦੇ ਨਾਮ ਨਾਲ ਚਰਚਾ ਨਾ ਕਰਨਾ। ਉਹਨਾਂ ਦਾ ਮਤਲਬ ਸੀ ਯੀਸ਼ੂ ਦੇ ਨਾਮ ਨਾਲ ਪ੍ਰਚਾਰ ਕਦੇ ਨਾ ਕਰਨਾ। ਹੁਣ ਇਸ ਯੁੱਗ ਵਿੱਚ ਵੀ ਜਦ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਦਲੇਰੀ ਨਾਲ ਨਵਾਂ ਨਾਮ ਮਸੀਹ ਅਨਸੰਗ ਹੋਂਗ ਜੀ ਅਤੇ ਸਾਡੀ ਸਵਰਗੀ ਮਾਤਾ ਜੀ ਦੀ ਮਹਿਮਾ ਦੀ ਗਵਾਹੀ ਦਿੰਦੇ ਹਾਂ ਤਾਂ ਪਰਮੇਸ਼ਰ ਸਿਓਨ ਦੀਆਂ ਸਾਰੀਆਂ ਸੰਤਾਨਾਂ ਨੂੰ ਅਤਿਆਚਾਰ ਦੀ ਬਜਾਏ ਮਹਾਨ ਮਹਿਮਾ ਪ੍ਰਦਾਨ ਕਰਨਗੇ। ਵਚਨ 41 ਸੋ ਉਹ ਇਸ ਗੱਲ ਤੋਂ ਆਨੰਦ ਹੋਏ ਜੋ ਅਸੀਂ ਉਹਦੇ ਨਾਮ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ। ਮਹਾਸਭਾ ਦੇ ਸਾਹਮਣੇ ਚਲੇ ਗਏ ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ, ਭਾਈ ਯੀਸ਼ੂ ਉਹੀ ਮਸੀਹ ਹੈ। ਸਾਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਹੈ। ਇੱਕ ਵਾਰ ਜਦ ਰਸੂਲਾਂ ਨੂੰ ਪਿੰਤੇਕੋਸਤ ਉੱਤੇ ਪਵਿੱਤਰ ਆਤਮਾ ਪ੍ਰਾਪਤ ਹੋਇਆ ਤਾਂ ਸਭ ਤੋਂ ਜ਼ਰੂਰੀ ਇਹ ਗੱਲ ਪ੍ਰਚਾਰ ਕਰਨਾ ਸੀ ਕਿ ਯੀਸ਼ੂ ਹੀ ਮਸੀਹ ਹੈ। ਜੋ ਕੋਈ ਯੀਸ਼ੂ ਉੱਤੇ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾਵੇਗਾ। ਇਹ ਸੰਦੇਸ਼ ਯਰੂਸ਼ਲਮ ਤੋਂ ਦੁਨੀਆ ਭਰ ਵਿੱਚ ਫੈਲਣਾ ਸ਼ੁਰੂ ਹੋਇਆ ਕਿਉਂਕਿ ਉਹ ਪੁੱਤਰ ਦੇ ਯੁੱਗ ਵਿੱਚ ਸੀ। ਇਸ ਲਈ ਉਹਨਾਂ ਨੇ ਸਾਰਿਆਂ ਨੂੰ ਯੀਸ਼ੂ ਦੇ ਨਾਮ ਦੇ ਦੁਆਰਾ ਦਿੱਤੀ ਗਈ ਪਾਪਾਂ ਦੀ ਮਾਫੀ ਅਤੇ ਮੁਕਤੀ ਦੇ ਬਾਰੇ ਵਿੱਚ ਪ੍ਰਚਾਰ ਕੀਤਾ ਸੀ। ਪਰ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ। ਕਿਉਂਕਿ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਜੀ ਰਹੇ ਹਾਂ, ਇਸ ਲਈ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਘੋਸ਼ਣਾ ਕਰਨੀ ਚਾਹੀਦੀ ਹੈ ਕਿ ਜੋ ਕੋਈ ਆਤਮਾ ਅਤੇ ਲਾੜੀ ਉੱਤੇ ਵਿਸ਼ਵਾਸ ਕਰਦਾ ਹੈ ਉਹ ਪਾਪਾਂ ਦੀ ਮਾਫੀ ਅਤੇ ਮੁਕਤੀ ਪ੍ਰਾਪਤ ਕਰੇਗਾ। ਹੁਣ ਅਸੀਂ ਜਿਸ ਯੁੱਗ ਵਿੱਚ ਜੀ ਰਹੇ ਹਾਂ ਉਸ ਵਿੱਚ ਪਰਮੇਸ਼ਰ ਨੇ ਸਾਨੂੰ ਪਿੰਤੇਕੋਸਤ ਦੀ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਦੇਣ ਦਾ ਵਾਅਦਾ ਕੀਤਾ ਹੈ। ਸਾਨੂੰ ਪਵਿੱਤਰ ਆਤਮਾ ਦੇ ਨਾਲ ਕੀ ਕਰਨਾ ਚਾਹੀਦਾ ਹੈ ਜੋ ਅਸੀਂ ਪ੍ਰਾਪਤ ਕਰਦੇ ਹਾਂ ਕਿ ਸਾਨੂੰ ਸਿਰਫ ਪਵਿੱਤਰ ਆਤਮਾ ਨੂੰ ਸੌਣ ਅਤੇ ਉਸ ਦੀ ਅੱਗ ਨੂੰ ਬੁਝਣ ਦੇਣਾ ਚਾਹੀਦਾ ਹੈ। 10 ਤੋੜਿਆਂ ਦੇ ਉਦਾਹਰਣ ਵਿੱਚ ਜਿਸ ਵਿਅਕਤੀ ਨੂੰ ਇੱਕ ਤੋੜਾ ਮਿਲਿਆ ਸੀ ਉਸਨੇ ਉਸ ਨੂੰ ਮਿੱਟੀ ਵਿੱਚ ਦਫਨਾ ਦਿੱਤਾ। ਕਿ ਅਸੀਂ ਪਵਿੱਤਰ ਆਤਮਾ ਦੇ ਨਾਲ ਵੀ ਇਸੇ ਤਰ੍ਹਾਂ ਹੀ ਕਰਾਂਗੇ ਜਾਂ ਅਸੀਂ ਇਸ ਨੂੰ ਉਹਨਾਂ ਲੋਕਾਂ ਦੀ ਤਰ੍ਹਾਂ ਕੰਮ ਵਿੱਚ ਲੈ ਕੇ ਆਵਾਂਗੇ ਜਿਨ੍ਹਾਂ ਨੇ 5 ਜਾਂ 10 ਹੋਰ ਤੋੜੇ ਪ੍ਰਾਪਤ ਕੀਤੇ ਸਨ। ਸਾਰੇ ਲੋਕੋ, ਸਾਨੂੰ ਪਵਿੱਤਰ ਆਤਮਾ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਨ੍ਹਾਂ 2 ਨੌਕਰਾਂ ਨੇ ਤੋੜਿਆਂ ਨੂੰ ਕੰਮ ਵਿੱਚ ਲਗਾਇਆ ਉਹ ਧਨ ਸਨ ਕਿ ਸਵਾਮੀ ਨੇ ਧਨ ਕਹਿੰਦੇ ਹੋਏ ਉਹਨਾਂ ਦੀ ਪ੍ਰਸ਼ੰਸਾ ਨਹੀਂ ਕੀਤੀ। ਪਰ ਜਿਸ ਨੇ ਇੱਕ ਤੋੜੇ ਨੂੰ ਮਿੱਟੀ ਵਿੱਚ ਲੁਕੋਇਆ ਸੀ ਉਸ ਨੂੰ ਕੋਈ ਪ੍ਰਸ਼ੰਸਾ ਨਹੀਂ ਮਿਲੀ, ਬਲਕਿ ਉਸ ਨੂੰ ਯੀਸ਼ੂ ਮਸੀਹ ਦੁਆਰਾ ਤਾੜਨਾ ਅਤੇ ਸਜ਼ਾ ਦਿੱਤੀ ਗਈ।
이런 사실이 ਅਸੀਂ ਇਸ ਨੂੰ ਮਤੀ ਅਧਿਆਇ 25 ਵਿੱਚ ਦਰਜ ਦ੍ਰਿਸ਼ਟਾਂਤ ਤੋਂ ਚੰਗੀ ਤਰ੍ਹਾਂ ਜਾਣਦੇ ਹਾਂ। ਪਰਮੇਸ਼ਰ ਹੁਣ ਸਾਰਿਆਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਦੇ ਰਹੇ ਹਨ। ਜਦ ਤੱਕ ਅਸੀਂ ਪ੍ਰਾਪਤ ਕੀਤੇ ਗਏ ਵਰਦਾਨਾਂ ਦੀ ਵਰਤੋਂ ਨਹੀਂ ਕਰਾਂਗੇ ਤਦ ਤੱਕ ਅਸੀਂ ਇਹ ਨਹੀਂ ਜਾਣ ਸਕਦੇ ਕਿ ਸਾਨੂੰ ਪਰਮੇਸ਼ਰ ਤੋਂ ਕਿਸ ਤਰ੍ਹਾਂ ਦੇ ਵਰਦਾਨ ਮਿਲੇ ਹਨ। ਜਦ ਅਸੀਂ ਪ੍ਰਚਾਰ ਕਰਾਂਗੇ ਤਦ ਸਭ ਕੁਝ ਸਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ। ਕੁਝ ਲੋਕਾਂ ਨੂੰ ਬੁੱਧੀ ਦਾ ਵਰਦਾਨ ਦਿੱਤਾ ਗਿਆ, ਕੁਝ ਨੂੰ ਗਿਆਨ ਦਾ ਵਰਦਾਨ ਜਾਂ ਵਿਸ਼ਵਾਸ ਦਾ ਵਰਦਾਨ ਅਤੇ ਕੁਝ ਨੂੰ ਦੂਸਰੀਆਂ ਭਾਸ਼ਾ ਵਿੱਚ ਬੋਲਣ ਦਾ ਵਰਦਾਨ, ਜਦਕਿ ਦੂਸਰਿਆਂ ਨੂੰ ਉਹਨਾਂ ਭਾਸ਼ਾਵਾਂ ਦਾ ਅਰਥ ਦੱਸਣ ਦਾ ਵਰਦਾਨ ਦਿੱਤਾ ਗਿਆ। ਪਰਮੇਸ਼ਰ ਨੇ ਪਿੰਤੇਕੋਸਤ ਦੇ ਦੁਆਰਾ ਪਵਿੱਤਰ ਆਤਮਾ ਦੇ ਭਿੰਨ-ਭਿੰਨ ਵਰਦਾਨ ਦਿੱਤੇ। ਸਾਨੂੰ ਜੋ ਵਰਦਾਨ ਪ੍ਰਾਪਤ ਹੋਏ ਹਨ ਉਹਨਾਂ ਨੂੰ ਸਾਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ ਕਿ ਸਾਨੂੰ ਸਵਰਗੀ ਪਿਤਾ ਜੀ ਅਤੇ ਮਾਤਾ ਜੀ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਉਹਨਾਂ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕਰਨੀ ਚਾਹੀਦੀ। ਆਓ ਅਸੀਂ ਰਸੂਲਾਂ ਦੀ ਪੁਸਤਕ ਅਧਿਆਇ 6 ਉੱਤੇ ਜਾਈਏ। ਰਸੂਲਾਂ ਦੇ ਕਰਤੱਵ ਅਧਿਆਇ 6 ਵਚਨ 1। ਉਹਨਾਂ ਦਿਨਾਂ ਵਿੱਚ ਜਦ ਚੇਲਿਆਂ ਦੀ ਗਿਣਤੀ ਕੀ ਹੋਣ ਲੱਗੀ, ਬਹੁਤ ਵਧਣ ਲੱਗੀ, ਪਰਮੇਸ਼ਰ ਨੇ ਹਰ ਦਿਨ ਆਸ਼ੀਰਵਾਦ ਦਿੱਤਾ, ਇਸ ਲਈ ਲਾਜ਼ਮੀ ਤੌਰ ਤੇ ਉਹਨਾਂ ਦੀ ਗਿਣਤੀ ਵਧਣ ਲੱਗੀ। ਆਓ ਅਸੀਂ ਵਚਨ 7 ਉੱਤੇ ਜਾਈਏ। ਪਰਮੇਸ਼ਰ ਦਾ ਵਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਣ ਲੱਗੀ ਅਤੇ ਯਾਜਕਾਂ ਦਾ ਇੱਕ ਵੱਡਾ ਸਮਾਜ ਕੀ ਹੋ ਗਿਆ, 사장의 무리도 ਇਸ ਮੱਤ ਨੂੰ ਮੰਨਣ ਵਾਲਾ ਹੋ ਗਿਆ। 복종하더라. ਇਹ ਪਹਿਲਾਂ ਕੁਝ ਅਕਲਪਨਾਯੋਗ ਸੀ। 수 없었던 ਇੱਥੋਂ ਤੱਕ ਕਿ ਯਾਜਕਾਂ ਦੇ ਇੱਕ ਵੱਡੇ ਸਮਾਜ ਨੇ ਖੁਦ ਨੂੰ ਦੀਨ ਕੀਤਾ ਅਤੇ ਸੱਚ ਦੇ ਪ੍ਰਤੀ ਆਗਿਆਕਾਰੀ ਬਣ ਗਏ। ਇਸ ਤਰ੍ਹਾਂ ਦੇ ਸ਼ਾਨਦਾਰ ਅਤੇ ਅਕਲਪਨਾਯੋਗ ਕੰਮ ਹੋਣ ਲੱਗੇ। ਆਓ ਅਸੀਂ ਵਚਨ 8 ਦੇ ਨਾਲ ਜਾਰੀ ਰਹੀਏ। ਸਟੀਫਨ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ, ਪਰ ਉਸ ਸਮਾਜ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਿਲਾਉਂਦੀ ਹੈ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ, ਉਹਨਾਂ ਵਿੱਚੋਂ ਜਿਹੜੇ ਕਲੀਕਿਆ ਅਤੇ ਏਸੀਆ ਤੋਂ ਆਏ ਸਨ, ਕਈ ਕੁ ਆਦਮੀ ਉੱਠ ਕੇ ਸਟੀਫਨ ਨਾਲ ਬਹਿਸ ਕਰਨ ਲੱਗੇ। ਪਰ ਉਹ ਉਸ ਬੁੱਧ ਅਰ ਆਤਮਾ ਦਾ ਜਿਹਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸਕੇ। 능히 당치 못하더라 했습니다. ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਦ ਪਿੰਤੇਕੋਸਤ ਉੱਤੇ ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਤੋਂ ਬਾਅਦ ਚੇਲਿਆਂ ਨੇ ਪ੍ਰਚਾਰ ਕੀਤਾ, ਤਦ ਲੋਕ ਚੇਲਿਆਂ ਦੇ ਗਿਆਨ ਦਾ ਸਾਹਮਣਾ ਨਹੀਂ ਕਰ ਸਕੇ ਜਿਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਸੀ। ਆਓ ਅਸੀਂ ਵਚਨ 11 ਦੇ ਨਾਲ ਜਾਰੀ ਰਹੀਏ। ਫਿਰ ਉਹਨਾਂ ਨੇ ਮਨੁੱਖਾਂ ਨੂੰ ਗੱਠਿਆ ਜਿਹੜੇ ਬੋਲੇ, ਭਾਈ ਅਸਾਂ ਇਹਨਾਂ ਨੂੰ ਮੂਸਾ ਦੇ ਅਤੇ ਪਰਮੇਸ਼ਰ ਦੇ ਵਿਰੁੱਧ ਕੁਫਰ ਬਕਦੇ ਸੁਣਿਆ। ਤਦ ਉਹਨਾਂ ਨੇ ਲੋਕਾਂ ਅਤੇ ਬਜ਼ੁਰਗਾਂ ਤੇ ਗ੍ਰੰਥੀਆਂ ਨੂੰ ਉਭਾਰਿਆ ਅਰ ਉਸ ਉੱਤੇ ਚੜ ਆਏ ਅਤੇ ਫੜ ਕੇ ਮਹਾਸਭਾ ਵਿੱਚ ਲੈ ਗਏ। ਉਹਨਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ, ਭਾਈ ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਸ਼ਰਾਂ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ। ਅਸੀਂ ਤਾਂ ਉਹਨੂੰ ਇਹ ਆਖਦੇ ਸੁਣਿਆ ਹੈ, ਭਾਈ ਇਹ ਯੀਸ਼ੂ ਨਾਸਰੀ ਇਸ ਸਥਾਨ ਨੂੰ ਢਾਹ ਦੇਊਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਸੌਂਪੀਆਂ ਉਹਨਾਂ ਨੂੰ ਬਦਲ ਦੇਊਗਾ। ਤਾਂ ਉਹਨਾਂ ਸਭਨਾਂ ਨੇ ਜਿਹੜੇ ਮਹਾਸਭਾ ਵਿੱਚ ਬੈਠੇ ਸਨ ਉਹਦੀ ਵੱਲ ਧਿਆਨ ਕੀਤਾ ਅਤੇ ਉਹਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ। ਅਸੀਂ ਦੇਖ ਸਕਦੇ ਹਾਂ ਕਿ ਪਹਿਲੇ ਚਰਚ ਨੇ ਪਿੰਤੇਕੋਸਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਨੂੰ ਲਗਾਤਾਰ ਫੈਲਾਇਆ। ਜਿੰਨੀਆਂ ਗੱਲਾਂ ਪਹਿਲਾਂ ਤੋਂ ਲਿਖੀਆਂ ਗਈਆਂ ਹਨ ਉਹ ਸਾਡੀ ਹੀ ਸਿੱਖਿਆ ਦੇ ਲਈ ਲਿਖੀਆਂ ਗਈਆਂ ਹਨ। 하셨으니까 ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਦਾ ਕੰਮ ਉਤਸ਼ਾਹ ਨਾਲ ਭੜਕਿਆ ਹੋਇਆ ਸੀ। 이 정도는 때 우리가 ਫਿਰ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਦਾ ਕੰਮ ਕਿੰਨਾ ਜ਼ਿਆਦਾ ਸ਼ਕਤੀਸ਼ਾਲੀ ਹੋਵੇਗਾ, ਕਿਉਂਕਿ ਅਸੀਂ ਜੋ ਪ੍ਰਾਪਤ ਕਰ ਰਹੇ ਹਾਂ ਉਹ ਉਸ ਸਮੇਂ ਦੀ ਤੁਲਨਾ ਵਿੱਚ 7 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਲਈ ਆਓ ਅਸੀਂ ਸਾਰੇ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ ਖੁਸ਼ਖਬਰੀ ਪ੍ਰਚਾਰ ਕਰਨ ਵਿੱਚ ਖੁਦ ਨੂੰ ਸਮਰਪਿਤ ਕਰਨ ਦਾ ਵਿਸ਼ਵਾਸ ਰੱਖੀਏ। ਕੁਝ ਲੋਕਾਂ ਨੂੰ ਬੁੱਧੀ ਦਾ ਵਰਦਾਨ ਦਿੱਤਾ ਗਿਆ, ਕੁਝ ਨੂੰ ਗਿਆਨ ਦਾ ਵਰਦਾਨ ਅਤੇ ਦੂਸਰਿਆਂ ਨੂੰ ਵਿਸ਼ਵਾਸ ਦਾ ਵਰਦਾਨ। ਅੱਜ ਪਰਮੇਸ਼ਰ ਸਾਡੇ ਵਿੱਚੋਂ ਹਰ ਇੱਕ ਨੂੰ ਖੁਸ਼ਖਬਰੀ ਦੇ ਲਈ ਜ਼ਰੂਰੀ ਸਭ ਵਰਦਾਨ ਦੇਣਗੇ। ਤੁਸੀਂ ਪੁੱਛ ਸਕਦੇ ਹੋ, ਮੈਨੂੰ ਕਿਸ ਤਰ੍ਹਾਂ ਦਾ ਵਰਦਾਨ ਮਿਲਿਆ? ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਪ੍ਰਚਾਰ ਕਰਨ ਜਾਓ, ਤਾਂ ਪਰਮੇਸ਼ਰ ਤੁਹਾਨੂੰ ਜਾਣਨ ਦੇਣਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਵਰਦਾਨ ਮਿਲੇ ਹਨ। ਬਾਈਬਲ ਨੇ ਦਰਜ ਕੀਤਾ ਕਿ ਜੋ ਲੋਕ ਸਟੀਫਨ ਦੁਆਰਾ ਕਹੇ ਗਏ ਸ਼ਬਦਾਂ ਦਾ ਵਿਰੋਧ ਕਰ ਰਹੇ ਸਨ ਉਹ ਪਵਿੱਤਰ ਆਤਮਾ ਦੇ ਗਿਆਨ ਦਾ ਸਾਹਮਣਾ ਨਹੀਂ ਕਰ ਸਕੇ। ਭਾਵੇਂ ਕਿਸੇ ਵੀ ਤਰ੍ਹਾਂ ਦੇ ਵਰਦਾਨ ਦਿੱਤੇ ਗਏ ਸੀ, ਉਹ ਸਾਰੇ ਉਸ ਯੁੱਗ ਦੇ ਮੁਕਤੀਦਾਤਾ ਦੇ ਬਾਰੇ ਵਿੱਚ ਗਵਾਹੀ ਦੇਣ ਦੇ ਲਈ ਵਰਤੇ ਗਏ ਸੀ। ਪਰਮੇਸ਼ਰ ਇਸ ਯੁੱਗ ਵਿੱਚ ਸਾਨੂੰ ਬਚਾਉਣ ਲਈ ਆਏ। ਐਲੋਹਿਮ ਪਰਮੇਸ਼ਰ, ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੇ ਬਾਰੇ ਵਿੱਚ ਪ੍ਰਚਾਰ ਕਰਨ ਵਿੱਚ ਸਫਲ ਬਣਾਉਣ ਦੇ ਲਈ ਪਿਛਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਸੁਤੰਤਰ ਰੂਪ ਵਿੱਚ ਪ੍ਰਦਾਨ ਕਰਦੇ ਹਨ। ਆਓ ਅਸੀਂ ਪਵਿੱਤਰ ਆਤਮਾ ਦੀ ਅੱਗ ਨੂੰ ਨਾ ਬੁਝਾਈਏ, ਇਸ ਦੇ ਬਜਾਏ ਆਓ ਅਸੀਂ ਪਰਮੇਸ਼ਰ ਦੁਆਰਾ ਪ੍ਰਦਾਨ ਕੀਤੇ ਗਏ ਪਵਿੱਤਰ ਆਤਮਾ ਦੀ ਵਰਤੋਂ ਸਾਰੀ ਮਨੁੱਖ ਜਾਤੀ ਦੀ ਅਗਵਾਈ ਸਵਰਗ ਦੇ ਰਾਜ ਵਿੱਚ ਕਰਨ ਦੇ ਲਈ ਕਰੀਏ। ਮੈਂ ਆਸ ਕਰਦਾ ਹਾਂ ਕਿ ਅਸੀਂ ਸਾਰੇ ਸਾਮਰੀਆ ਵਿੱਚ ਅਤੇ ਧਰਤੀ ਦੀ ਹੱਦ ਤੱਕ
ਸਵਰਗੀ ਪਿਤਾ ਜੀ ਅਤੇ ਮਾਤਾ ਜੀ ਦੀ ਮਹਿਮਾ ਅਤੇ ਸਿਓਨ ਦੀ ਮਹਿਮਾ ਦੀ ਗਵਾਹੀ ਦੇਵਾਂਗੇ। ਇਸ ਦੇ ਦੁਆਰਾ ਮੈਂ ਇਸ ਸਵੇਰ ਦੀ ਆਰਾਧਨਾ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।